हाँ जी तन्वी, महक, निहारिका, शुभकरमन कितना लगे टेस्ट? सर ठीक सी। ठीक सर सी बढ़िया था। सर ठीक सी। औखा सी, शुभकरमन कह रहा औखा सी। चलो कोई गल नहीं, कोई कह रहा औखा है, कोई कहता सी ठीक है, कोई कहता वधिया सीगा। तो कुल मिला के ओवरऑल ਅਸੀਂ ਕਹਿ ਸਕਦੇ ਹਾਂ ਵੀ ठीक ठीक ਸੀਗਾ ਹਨਾ। ਨੂਮੈਰੀਕਲ ਜ਼ਿਆਦਾ ਸੀ ਬਿਲਕੁਲ ਜੀ, ਕਿਉਂਕਿ ਬੱਚੇ ਹੁਣ ਨੂਮੈਰੀਕਲ ਹੀ ਜ਼ਿਆਦਾ ਹੋਣਗੇ ਜਿਹੜੇ ਆਉਂਦੇ ਨਹੀਂ ਸੀਗੇ। ਠੀਕ ਹੈ ਕੋਈ ਗੱਲ ਨਹੀਂ ਸ਼ੁਭਕਰਮਨ, ਤੂੰ ਤਾਂ ਸਕੂਲ ਲੈਵਲ ਵਾਸਤੇ ਤਿਆਰੀ ਕਰ ਰਿਹਾ, ਕੋਈ ਗੱਲ ਨਹੀਂ। ਜਦੋਂ ਪੇਪਰ ਦੇਖਣਾ ਤੈਨੂੰ ਆਪਣੇ ਪਤਾ ਲੱਗ ਜੂਗੀ ਅੱਛਾ ਜੀ ਬਸ ਕੋਈ ਨੂਮੈਰੀਕਲ ਆਇਆ ਹੀ ਨਹੀਂਗਾ, ਤਾਂ ਇਹ ਹੈ ਵੀ ਤੇਰੇ ਵਾਸਤੇ ਚੱਲ ਚੰਗੀ ਗੱਲ ਹੈ, ਨੂਮੈਰੀਕਲ ਆਪਾਂ ਕਰ ਰਹੇ ਹਾਂ। ਚਲੋ ਜੀ ਲਾਸਟ ਟਾਈਮ ਬੱਚੇ ਅਸੀਂ ਪੋਟੈਂਸ਼ੀਅਲ એનર્ਜੀ ਬਾਰੇ ਗੱਲ ਕੀਤੀ ਸੀਗੀ। ਪੋਟੈਂਸ਼ੀਅਲ એનર્ਜੀ ਅੱਜ ਇਹਦੇ ਰਿਲੇਟਡ ਕੁਝ ਕੁਐਸਚਨਸ ਕਰਾਂਗੇ ਤੇ ਕੁਝ ਕਨਸੈਪਟ ਇਹਦੇ ਹੋਰ ਆਪਾਂ ਕਰਾਂਗੇ। ਕਾਫੀ ਇੰਪੋਰਟੈਂਟ, ਮੈਂ ਲਾਸਟ ਟਾਈਮ ਵੀ ਕਿਹਾ ਸੀ, ਹੁਣ ਵੀ ਮੈਂ ਕਹਿ ਰਿਹਾ ਵੀ ਕੰਪੀਟੀਟਿਵ ਐਗਜ਼ਾਮਸ ਲਈ ਬਹੁਤ ਇੰਪੋਰਟੈਂਟ ਕੀ ਹੈ ਟੌਪਿਕ ਹੈ ਪੋਟੈਂਸ਼ੀਅਲ એનર્ਜੀ ਦਾ। ਤਾਂ ਬੱਚੇ ਪੋਟੈਂਸ਼ੀਅਲ એનર્ਜੀ ਮੈਂ ਤੁਹਾਨੂੰ ਦੱਸਿਆ ਸੀ ਕੰਜ਼ਰਵੇਟਿਵ ਫੋਰਸਿਸ ਦੇ ਲਈ ਸਿਰਫ ਔਰ ਸਿਰਫ ਡਿਫਾਈਨ ਹੈ, ਤੇ ਅਸੀਂ ਇੱਕ ਇਹਦਾ ਫਾਰਮੂਲਾ ਲਿਖਿਆ ਸੀ ਕਿ ਚੇਂਜ ਇਨ ਪੋਟੈਂਸ਼ੀਅਲ એનર્ਜੀ ਇਜ਼ ਇਕੁਅਲ ਟੂ, ਜਾਂ ਆਪਾਂ ਲਿਖ ਸਕਦੇ ਹਾਂ ਵਰਕ ਡਨ ਬਾਈ ਕੰਜ਼ਰਵੇਟਿਵ ਫੋਰਸਿਸ ਇਜ਼ ਇਕੁਅਲ ਟੂ ਮਾਈਨਸ ਚੇਂਜ ਇਨ ਪੋਟੈਂਸ਼ੀਅਲ એનર્ਜੀ। ਆ ਲਿਖਿਆ ਸੀ ਨਾ ਆਪਾਂ, ਜਾਂ ਇਹਨੂੰ ਕਈ ਵਾਰ ਅਸੀਂ ਇਦਾਂ ਵੀ ਲਿਖ ਸਕਦੇ ਹਾਂ ਵਰਕ ਇਜ਼ ਇਕੁਅਲ ਟੂ ਮਾਈਨਸ du। ਤੁਹਾਡੀ ਮਰਜ਼ੀ ਹੈ, ਲਿਖ ਸਕਦੇ, ਦੋਨੋਂ ਦਾ ਮਤਲਬ ਇੱਕੋ ਹੀ ਹੈ। ਇਹਦਾ ਮਤਲਬ ਤੇ ਇਹਦਾ ਮਤਲਬ ਦੋਨੋਂ ਦਾ ਮਤਲਬ ਇੱਕ ਹੈ, ਦੈਟ ਇਜ਼ ਚੇਂਜ ਇਨ ਪੋਟੈਂਸ਼ੀਅਲ એનર્ਜੀ। ਠੀਕ ਹੈ ਜੀ ਓਕੇ। ਹੁਣ ਬੱਚੇ ਇਹਨੂੰ ਥੋੜਾ ਜਿਹਾ ਫਾਰਮੂਲੇ ਨੂੰ ਅਸੀਂ ਹੋਰ ਮੋਡੀਫਾਈ ਕਰਨਾ ਹੈ। ਕਈ ਵਾਰ ਨਾ ਸਾਨੂੰ ਮਤਲਬ ਫੋਰਸ ਕੈਲਕੂਲੇਟ ਕਰਨ ਵਾਸਤੇ ਕਹਿੰਦੇ ਨੇ ਪੋਟੈਂਸ਼ੀਅਲ એનર્ਜੀ ਤੋਂ ਫੋਰਸ ਕਿਦਾਂ ਕੈਲਕੂਲੇਟ ਕਰਨੀ ਹੈ। ਹਾਊ we can calculate force, ਜਿਹੜੀ ਅਸੀਂ ਬਾਡੀ ਤੇ ਫੋਰਸ ਲਗਾਈ ਹੈ, ਠੀਕ ਹੈ ਜੀ, ਜਦ ਕੋਈ ਕੰਜ਼ਰਵੇਟਿਵ ਫੋਰਸ ਹੈ ਉਹ ਫੋਰਸ ਦੀ ਵੈਲਿਊ ਕਿੰਨੀ ਹੈ। ਤਾਂ ਬੱਚੇ ਦੇਖੋ ਜਿਹੜਾ ਵਰਕ ਹੈ, ਵਰਕ ਇਜ਼ ਇਕੁਅਲ ਟੂ ਆਪਾਂ ਕੀ ਲਿਖਿਆ ਚੇਂਜ ਇਨ ਪੋਟੈਂਸ਼ੀਅਲ એનર્ਜੀ, ਤੇ ਵਰਕ ਕੀ ਹੁੰਦਾ, ਵਰਕ ਨੂੰ ਮੈਂ ਲਿਖ ਸਕਦਾ ਫੋਰਸ ਇਨਟੂ ਸਮਾਲ ਡਿਸਪਲੇਸਮੈਂਟ ਇਨਟੂ ਡੈਲਟਾ ਯੂ। ਤਾਂ ਬੱਚੇ ਫੋਰਸ ਇਜ਼ ਇਕੁਅਲ ਟੂ ਕੀ ਹੈ ਮਾਈਨਸ ਡੈਲਟਾ ਯੂ ਅਪॉन ਡੈਲਟਾ। This is the very important formula to calculate force। ਇਹਨੂੰ ਇਦਾਂ ਵੀ ਲਿਖਿਆ ਹੁੰਦਾ ਬਹੁਤ ਸਾਰੀਆਂ ਬੁੱਕਸ ਦੇ ਵਿੱਚ, ਔਰ ਇਹਨੂੰ ਕਈ ਵਾਰ ਇਦਾਂ ਵੀ ਲਿਖਦੇ ਨੇ F is equal to minus du by dx। ਤੇ du by dx ਚਾਹੇ ਡੈਲਟਾ u by ਡੈਲਟਾ x ਦਾ ਮਤਲਬ ਮੈਂ ਬਹੁਤ ਵਾਰ ਤੁਹਾਨੂੰ ਸਮਝਾ ਚੁੱਕਿਆ ਹੈਗਾ। ਮਤਲਬ ਕੀ ਹੈ ਸਮਾਲ ਚੇਂਜ, ਮਤਲਬ ਡੈਰੀਵੇਟਿਵ। ਇਹਦਾ ਮਤਲਬ ਅਗਰ ਤੁਸੀਂ ਪੋਟੈਂਸ਼ੀਅਲ એનર્ਜੀ ਤੋਂ ਫੋਰਸ ਕੈਲਕੂਲੇਟ ਕਰਨੀ ਹੈ, ਅਗਰ ਤੁਸੀਂ ਪੋਟੈਂਸ਼ੀਅਲ એનર્ਜੀ ਤੋਂ ਫੋਰਸ ਕੈਲਕੂਲੇਟ ਕਰਨੀ ਹੈ, ਤਾਂ ਬੱਚੇ ਤੁਸੀਂ ਕੀ ਕਰੋਗੇ, ਉਸ ਪੋਟੈਂਸ਼ੀਅਲ એનર્ਜੀ ਨੂੰ ਉਸ ਡਿਸਪਲੇਸਮੈਂਟ ਦੇ ਨਾਲ ਕੀ ਕਰ ਦੋਗੇ, ਡੈਰੀਵੇਟਿਵ ਕਰ ਦੋਗੇ। ਡੈਰੀਵੇਟਿਵ ਕਰਨ ਦੇ ਨਾਲ ਤੁਹਾਡੇ ਕੋਲ ਕੀ ਆ ਜੂਗੀ, ਫੋਰਸ ਆ ਜੂਗੀ। ਹੁਣ ਇਸ ਫਾਰਮੂਲੇ ਬੱਚੇ ਅਸੀਂ ਕਈ ਤਰੀਕੇ ਨਾਲ ਲਿਖ ਸਕਦੇ ਹਾਂ। ਆ ਦੇਖੋ ਜਿਵੇਂ F is equal to minus du by dx ਹੋ ਗਿਆ। ਅੱਛਾ ਇਹਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ, ਮੈਂ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਮੈਂ ਤਾਂ ਲਿਖ ਰਿਹਾ du by dy, ਇਦਾਂ ਵੀ ਲਿਖ ਸਕਦੇ ਹੋ, ਕਿਉਂਕਿ x ਕੀ ਹੈ, ਜਿਹੜਾ x ਬੱਚੇ ਹੈਗਾ ਡਿਸਪਲੇਸਮੈਂਟ। ਇਹਦਾ ਮਤਲਬ ਹੈ ਕਿ ਵੀ ਜਿਹੜੀ ਡਿਸਪਲੇਸਮੈਂਟ ਆ ਉਹ ਅਲੋਂਗ x ਐਕਸਿਸ ਹੈ, ਮਤਲਬ ਜਿਹੜਾ ਅਸੀਂ ਸਮਾਲ ਚੇਂਜ ਦੇਖ ਰਹੇ ਹਾਂ ਉਹ ਅਲੋਂਗ x ਐਕਸਿਸ। ਇਹਦਾ ਮਤਲਬ ਕੀ ਹੈ ਜਿਹੜਾ ਡਿਸਪਲੇਸਮੈਂਟ ਦਾ ਸਮਾਲ ਚੇਂਜ ਦੇਖ ਰਹੇ ਹਾਂ ਉਹ ਕੀ ਅਲੋਂਗ y ਐਕਸਿਸ। ਠੀਕ ਹੈ ਜੀ, ਜਾਂ ਤੁਸੀਂ ਇਹਨੂੰ ਐਂ ਵੀ ਲਿਖ ਸਕਦੇ ਹੋ F is equal to minus du by dz। ਇਹਦਾ ਮਤਲਬ ਕੀ ਹੈ, ਜੇ ਤੁਸੀਂ ਡਿਸਪਲੇਸਮੈਂਟ ਦਾ ਚੇਂਜ ਦੇਖ ਰਹੇ ਹੋ ਉਹ ਅਲੋਂਗ z ਐਕਸਿਸ। ਤਾਂ ਤਿੰਨੋਂ ਫਾਰਮੂਲੇ ਦਾ ਮੀਨਿੰਗ ਸੇਮ ਹੈ। ਹੁਣ ਡਿਪੈਂਡ ਕਰਦਾ ਤੁਹਾਨੂੰ ਕੀ ਕਹਿੰਦੇ ਨੇ ਵੀ ਕੋਈ ਬਾਡੀ x ਐਕਸਿਸ ਵੱਲ ਜਾ ਰਹੀ ਹੈ, y ਵੱਲ ਜਾ ਰਹੀ ਹੈ, z ਵੱਲ ਜਾ ਰਹੀ ਹੈ, ਕਿਸ ਤਰੀਕੇ ਦਾ ਤੁਸੀਂ ਡਿਫਰੈਂਸ਼ੀਏਟ ਕਰਨਾ ਹੈ, ਜਾਂ ਪੋਟੈਂਸ਼ੀਅਲ એનર્ਜੀ ਕਿਹੜੇ ਕੋਆਰਡੀਨੇਟਸ ਤੇ ਡਿਪੈਂਡ ਕਰਦੀ ਹੈ। ਕਈ ਵਾਰ ਬੱਚੇ ਸਾਨੂੰ ਕੁਐਸਚਨ ਦਿੱਤਾ ਹੋਊਗਾ 3 ਡਾਇਮੈਂਸ਼ਨ ਦੇ ਵਿੱਚ, ਪੋਟੈਂਸ਼ੀਅਲ એનર્ਜੀ ਦਾ ਜਿਹੜਾ ਕੁਐਸਚਨ ਹੈ ਸਾਨੂੰ 3 ਡਾਇਮੈਂਸ਼ਨ ਦਿੱਤਾ ਹੋਊਗਾ। ਦੈਟ ਮੀਨਸ ਇਹੋ ਜਿਹੇ ਕੁਐਸਚਨ ਦੇ ਵਿੱਚ ਜਿਹੜੀ ਪੋਟੈਂਸ਼ੀਅਲ એનર્ਜੀ ਹੈ, ਠੀਕ ਹੈ, ਉਹ ਫੰਕਸ਼ਨ ਹੋਊਗੀ x ਕੰਪੋਨੈਂਟ ਦਾ ਵੀ, y ਕੋਆਰਡੀਨੇਟ ਦਾ ਵੀ ਤੇ z ਕੋਆਰਡੀਨੇਟ ਦਾ ਵੀ। ਅਗਰ ਬੱਚੇ ਜਿਹੜੀ ਪੋਟੈਂਸ਼ੀਅਲ એનર્ਜੀ ਉਹ x y z ਤਿੰਨਾਂ ਕੋਆਰਡੀਨੇਟਸ ਤੇ ਡਿਪੈਂਡ ਕਰਦੀ ਹੋਵੇ ਤਾਂ ਅਸੀਂ ਉੱਥੇ ਪਾਰਸ਼ੀਅਲ ਡੈਰੀਵੇਟਿਵ ਯੂਜ਼ ਕਰਦੇ ਹਾਂ। ਤੁਸੀਂ ਕਹੋਗੇ ਸਰ ਆ ਪਾਰਸ਼ੀਅਲ ਡੈਰੀਵੇਟਿਵ ਕੀ ਹੁੰਦਾ ਹੈ, ਮੈਂ ਹੁਣੇ ਦੱਸਦਾ ਪਾਰਸ਼ੀਅਲ ਡੈਰੀਵੇਟਿਵ ਕੀ ਹੁੰਦਾ।
देखो ਆਪਾਂ ਜਿਵੇਂ ਕਈ ਵਾਰ ਕਹਿ ਨਹੀਂ ਦਿੰਦੇ ਵੀ ਯਾਰ ਮੇਰਾ ਕੋਈ ਦੋਸਤ ਸੀ ਉਹ ਮੇਰੇ ਨਾਲ ਨਾ ਪਾਰਸ਼ੈਲਿਟੀ ਕਰ ਗਿਆ। ਪਾਰਸ਼ੈਲਿਟੀ ਦਾ ਮਤਲਬ ਕੀ ਹੁੰਦਾ ਵੀ ਕਿਸੇ ਹੋਰ ਨੂੰ ਅਹਿਮੀਅਤ ਉਹਨੇ ਜ਼ਿਆਦਾ ਦਿੱਤੀ, ਠੀਕ ਹੈ, ਜਿਹੜੀ ਗੱਲ ਉਹਨੇ ਮੈਨੂੰ ਦੱਸਣੀ ਚਾਹੀਦੀ ਸੀ ਮੈਨੂੰ ਉਹਨੇ ਕੁਝ ਸਮਝਿਆ ਨਹੀਂ, ਕਿਸੇ ਹੋਰ ਨੂੰ ਕੀ ਉਹ ਗੱਲ ਦੱਸ ਰਿਹਾ। ਜਾਂ ਆਪਾਂ ਕਹਿ ਦਿੰਦੇ ਵੀ ਜਿਵੇਂ ਟੀਚਰ ਕੀ ਹੈ ਕਈ ਵਾਰ ਸਟੂਡੈਂਟ ਨਾਲ ਪਾਰਸ਼ੈਲਿਟੀ ਕਰਦਾ ਹੈ ਹਨਾ, ਜਾਂ ਕਈ ਵਾਰ ਸਟੂਡੈਂਟ ਟੀਚਰ ਦੇ ਨਾਲ ਵੀ ਪਾਰਸ਼ੈਲਿਟੀ ਕਰਦਾ ਹੈ। ਮਤਲਬ ਕੀ ਹੈ ਸਿਰਫ ਔਰ ਸਿਰਫ ਇੱਕ ਬੰਦੇ ਨੂੰ ਕੀ ਹੈ ਆਪਾਂ ਕਹਿ ਦਈਏ ਵੀ ਕਿਸੇ ਇੱਕ ਪਰਸਨ ਨੂੰ ਸਪੈਸੀਫਾਈ ਕਰਨਾ ਤੇ ਬਾਕੀ ਸਭ ਨੂੰ ਭੁੱਲ ਜਾਣਾ ਹਨਾ, ਇਹਨੂੰ ਅਸੀਂ ਕੀ ਬੋਲਦੇ ਹਾਂ ਪਾਰਸ਼ੈਲਿਟੀ। ਤਾਂ ਸੇਮ ਹੀ ਇੱਥੇ ਵੀ ਹੈ, ਜਦੋਂ ਬੱਚੇ ਪੋਟੈਂਸ਼ੀਅਲ એનર્ਜੀ ਹੈ ਜਿਹੜੀ ਉਹ x ਤੇ ਵੀ ਡਿਪੈਂਡ ਕਰਦੀ ਹੋਵੇ, y ਤੇ ਵੀ ਡਿਪੈਂਡ ਕਰਦੀ ਹੋਵੇ, z ਤੇ ਵੀ ਡਿਪੈਂਡ ਕਰਦੀ ਹੋਵੇ, ਬਟ ਅਸੀਂ ਕੈਲਕੂਲੇਟ ਕਰਨੀ ਹੋਵੇ ਫੋਰਸ, ਤਾਂ ਸਾਨੂੰ ਇੱਥੇ ਪਾਰਸ਼ੀਅਲ ਡੈਰੀਵੇਟਿਵ ਲਗਾਉਣਾ ਪੈਂਦਾ ਹੈ। ਸੁਣੀ ਚੱਲਿਓ ਠੀਕ ਹੈ, ਜਿਵੇਂ ਜਿਵੇਂ ਮੈਂ ਕਰਾਈ ਜਾਵਾਂਗਾ ਕਲੀਅਰ ਹੋਈ ਜਾਊਗਾ। ਪਹਿਲੀ ਵਾਰ ਚ ਇਹ ਨਹੀਂ ਹੋਣਾ ਵੀ ਜਿਹੜੇ ਚੀਜ਼ ਮੈਂ ਬੋਲਦੀ ਸਾਰੀ ਗੱਲਾਂ ਕਲੀਅਰ ਹੋ ਜਾਣਗੀਆਂ, ਜਿਵੇਂ ਜਿਵੇਂ ਆਪਾਂ ਇਹਨੂੰ ਅੱਗੇ ਚਲੇ ਜਾਵਾਂਗੇ ਸਭ ਕੁਝ ਕਲੀਅਰ ਹੋ ਜਾਊਗਾ। ਫਿਰ ਮੈਂ ਪੁੱਛੂੰਗਾ ਵੀ ਕਲੀਅਰ ਹੋ ਗਿਆ ਤਾਂ ਨਹੀਂ ਹੋ ਗਿਆ। ਤਾਂ ਬੱਚੇ ਇਹਨੂੰ ਲਿਖਣ ਦਾ ਤਰੀਕਾ ਕੀ ਹੋਗਾ ਕਿ ਜਿਹੜੀ ਫੋਰਸ ਹੈ ਨਾ ਫਿਰ ਉਸ ਟਾਈਮ ਉਹਦੇ ਵਿੱਚ ਤੁਸੀਂ ਕੀ ਲਿਖੋਗੇ ਮਾਈਨਸ, ਤਾਂ ਆਏਗਾ ਹੀ ਆਏਗਾ। ਦੇਖੋ ਪਹਿਲਾਂ ਤਾਂ ਆਪਾਂ du/dx ਲਿਖਿਆ ਨਾ, ਫਿਰ ਉਹਨੂੰ ਬੱਚੇ ਇਦਾਂ ਲਿਖਿਆ ਜਾਂਦਾ ਹੈ, ਇਦਾਂ ਡੀ ਨਹੀਂ ਪਾਉਣੀ, ਇਹਨੂੰ ਕਰਲ ਬੋਲਦੇ ਆ। ਪਾਰਸ਼ੀਅਲ ਵੇਲੇ ਕੀ ਹੈ x y z ਬੱਚੇ ਪੋਜੀਸ਼ਨ ਯਾਰ, ਪੋਜੀਸ਼ਨ ਨੇ x ਐਕਸਿਸ ਵੱਲ, y ਵੱਲ, z ਵੱਲ, x y z ਆਰ ਕੋਆਰਡੀਨੇਟਸ। ਹੁਣ ਤੱਕ ਸਾਨੂੰ ਇਹ ਗੱਲ ਪਤਾ ਲੱਗ ਜਾਣੀ ਚਾਹੀਦੀਆਂ ਨੇ ਬੇਸਿਕ ਬਿਲਕੁਲ। x y z ਕੀ ਨੇ ਕੋਆਰਡੀਨੇਟਸ। ਕੋਆਰਡੀਨੇਟਸ ਕੀ ਹੁੰਦੇ ਨੇ ਵੀ x ਐਕਸਿਸ ਦੇ ਅਲੋਂਗ ਕੀ ਹੈ ਪੋਟੈਂਸ਼ੀਅਲ એનર્ਜੀ ਕਿਵੇਂ ਚੇਂਜ ਹੋ ਰਹੀ ਹੈ, y ਐਕਸਿਸ ਦੇ ਵੈਲਿਊ ਨਾਲ ਕਿਵੇਂ ਚੇਂਜ ਹੋ ਰਹੀ ਹੈ, z ਐਕਸਿਸ z ਦੀ ਵੈਲਿਊ ਨਾਲ ਕਿਵੇਂ ਚੇਂਜ ਹੋ ਰਹੀ ਹੈ। हाँ जी बिल्कुल, अगर 2 डायमेंशनल होवे तो ਅਸੀਂ एक्स वाई कंसीडर करते हैं, ये 2D वास्ते ਹੁੰਦਾ है। जिस 1 डायमेंशनल होवे तो ਅਸੀਂ x y ਜਾਂ z ਤਿੰਨਾਂ ਚੋਂ ਇੱਕ ਯੂਜ਼ ਕਰਦੇ हैं। अगर ਸਾਡੇ ਕੋਲ 3D ਹੋਵੇ ਫਿਰ ਅਸੀਂ ਤਿੰਨੋਂ ਯੂਜ਼ ਕਰਦੇ हैं। ਇਹ ਹੁੰਦਾ ਪਰ 3D। ਜਿਵੇਂ ਤੁਸੀਂ ਜਿਹੜੇ ਵੀ ਰੂਮ 'ਚ ਬੈਠੇ ਹੋ ਨਾ, ਕਿਸੇ ਕਾਰਨਰ ਤੇ ਨਿਗਾਹ ਮਾਰ ਕੇ ਦੇਖੋ, ਕਾਰਨਰ ਤੋਂ ਇੱਕ ਵਾਲ ਇੱਦਾਂ ਜਾ ਰਹੀ ਹੈ, ਉਹਨੂੰ x ਮੰਨ ਲਓ, ਇੱਕ ਵਾਲ ਇੱਧਰ ਜਾ ਰਹੀ ਹੋਗੀ y, ਇੱਕ ਉਹਦੀ ਹਾਈਟ ਹੋਗੀ, ਦੈਟ ਮੀਨਸ ਉਹ 3 ਡਾਇਮੈਂਸ਼ਨਲ ਹੈ, ਠੀਕ ਹੈ। तो बच्चे इनू की बोलना है, इनू बोलना करल, तो लिखा जाऊगा करल u बाय करल x। x है मतलब नाल आऊगा आई कैप x एक्सिस का, फिर माइनस करल u बाय करल y इनटू j, फिर माइनस करल u अपॉन करल z इनटू k। फिर बच्चे आ फॉर्मूला होगा 3 डायमेंशनस वास्ते। जे 2 वास्ते तुसीं लाउणा है तो k वाले नूं रिमूव कर दो। मैं दोबारा दस देना, इनू की बोलना है, इनू बोलना करल। ਇਹਦਾ मतलब की है, ਇਹਦਾ मतलब है पार्शियल डेरिवेटिव। पार्शियल डेरिवेटिव मतलब एक अजिही किस्म का डेरिवेटिव ਜਿਹੜਾ सिर्फ और सिर्फ एक कोआर्डीनेट ਨੂੰ ਦੇਖੂਗਾ, बाकी ਦੇ कोआर्डीनेट्स ਨਾਲੇ पार्शियलिटी ਕਰੂਗਾ, मतलब ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦੂਗਾ ਵੀ ਉਹਨਾਂ ਵੱਲ ਤਾਂ ਦੇਖਦਾ ਹੀ ਨਹੀਂਗਾ। मतलब की है जे बच्चे मैं लिख रहा ना, मैं कला कला स्टैप समझा रहा, मतलब जे मैं आ चीज लिखी है करल u बाय करल x, ऐदा ਇਹਦਾ मतलब बच्चे ये है कि ਅਸੀਂ डेरिवेटिव करना है, डेरिवेटिव करना है सिर्फ x कोआर्डिनेट का। बिल्कुल सिंपल लैंग्वेज पंजाबी लैंग्वेज च लिखाता x कोआर्डिनेट। ਇਹਦਾ मतलब ਅਸੀਂ इस केस ਦੇ ਵਿੱਚ y ਤੇ z ਨੂੰ ਕੀ ਮੰਨਣਾ ਹੈ कांस्टेंट, y ਤੇ z ਨੂੰ ਤੁਸੀਂ ਕੀ ਮੰਨਣਾ ਹੈ कांस्टेंट, मतलब ਇਹਨਾਂ ਦਾ ਅਸੀਂ डेरिवेटिव नहीं करना। जे बच्चे मैं एवें लिखा करल u बाय करल y, ਇਹਦਾ मतलब की है मैं डेरिवेटिव करना है, जब तुसी डेरिवेटिव करना है सिर्फ y कोआर्डिनेट का, y कोआर्डिनेट का, ਇਹਦਾ मतलब तुसी x ਨੂੰ ਤੇ z ਨੂੰ ਕੀ ਰੱਖਣਾ ਫਿਰ कांस्टेंट। ਇਹਦੇ ਵੱਲ ਤੁਸੀਂ ਧਿਆਨ ਨਹੀਂ ਦੇਣਾ, ਇਹਨੂੰ ਐਜ਼ ਇਟ ਇਜ਼ ਲਿਖਣਾ ਹੈ। अगर बच्चे मैं लिख लिया करल u बाय करल z, ਇਹਦਾ मतलब की है डेरिवेटिव करना है सिर्फ z कोआर्डिनेट का, ਇਹਦਾ मतलब x ਤੇ y ਨੂੰ ਤੁਸੀਂ ਕੀ ਰੱਖਣਾ ਹੈ कांस्टेंट। दिस इज द मीनिंग ऑफ पार्शियल डेरिवेटिव। ये पार्शियल डेरिवेटिव का मतलब है। मैं हम ਤੁਹਾਨੂੰ एक एग्जांपल दे के समझाਉਣਾ, जिवें ਆਪਾਂ एग्जांपल अपने को सपोज करो
ਆਪਾਂ ਨੂੰ ਇੱਕ ਕੁਐਸਚਨ ਦਿੱਤਾ ਸਪੋਜ਼ ਇੱਕ ਕੁਐਸਚਨ ਚ ਆਪਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਜਿਹੜੀ ਪੋਟੈਂਸ਼ੀਅਲ એનર્ਜੀ ਹੈ ਨਾ ਉਹ ਇਕੁਅਲ ਹੈਗੀ ਹੈ xy plus yz plus zx ਆ ਕਿਹਾ ਹੋਇਆ ਆਪਾਂ ਕਹਿੰਦੇ ਕੈਲਕੂਲੇਟ sorry calculate force at 1, 1, 1 ਇਹ ਜਿਹਾ ਕੁਐਸਚਨ ਆ ਸਕਦਾ ਤਾਂ ਸਭ ਤੋਂ ਪਹਿਲਾਂ ਬੱਚੇ ਤੁਸੀਂ ਕੁਐਸਚਨ ਚ ਦੇਖੋ ਵੀ ਅਸੀਂ ਕੈਲਕੂਲੇਟ ਕੀ ਕਰਨਾ ਹੈ ਅਸੀਂ ਕੈਲਕੂਲੇਟ ਕਰਨੀ ਹੈ ਫੋਰਸ ਦਾ ਤੁਹਾਨੂੰ ਫਾਰਮੂਲਾ ਪਤਾ ਹੈ ਫੋਰਸ ਇਜ਼ ਇਕੁਅਲ ਟੂ -du ਬਾਈ ਹੁਣ ਇੱਥੇ x ਵੀ ਹੋ ਸਕਦਾ y ਵੀ ਹੋ ਸਕਦਾ z ਵੀ ਹੋ ਸਕਦਾ ਮੈਂ ਜਨਰਲ ਫਾਰਮੂਲਾ ਸੀ x ਦੀ ਫਾਰਮ ਚ ਲਿਖਦੇ ਹਾਂ ਤਾਂ ਮੈਂ ਐਵੇਂ ਲਿਖ ਦਿੰਦਾ ਵੀ ਆਹ ਫਾਰਮੂਲਾ ਸਾਨੂੰ ਪਤਾ ਵੀ ਆਹ ਫਾਰਮੂਲਾ ਤਾਂ ਲੱਗੂਗਾ ਬਟ ਫਿਰ ਤੁਸੀਂ ਉਸ ਤੋਂ ਬਾਅਦ ਕੀ ਹੈ ਧਿਆਨ ਦੇਣਾ ਵੀ ਜਿਹੜੀ ਪੋਟੈਂਸ਼ੀਅਲ એનર્ਜੀ ਹੈ ਨਾ ਉਹ એનર્ਜੀ ਹੈ ਜਿਹੜੀ ਦੇਖੋ ਇੱਕ ਤਾਂ x ਤੇ ਵੀ ਡਿਪੈਂਡ ਕਰ ਰਹੀ ਹੈ ਫਿਰ ਇਸ ਪੋਟੈਂਸ਼ੀਅਲ એનર્ਜੀ ਚ y ਵੀ ਆ ਰਿਹਾ ਹੈ ਅੱਛਾ ਫਿਰ ਇਸ ਪੋਟੈਂਸ਼ੀਅਲ એનર્ਜੀ ਚ z ਵੀ ਆ ਰਿਹਾ ਹੈ ਇਹਦਾ ਮਤਲਬ ਜਿਹੜੀ ਬੱਚੇ ਪੋਟੈਂਸ਼ੀਅਲ એનર્ਜੀ ਹੈ ਇਹ x ਕੰਪੋਨੈਂਟ ਤੇ ਵੀ ਡਿਪੈਂਡ ਕਰਦੀ ਹੈ ਮਤਲਬ ਇਹ ਫੰਕਸ਼ਨ ਹੈ ਇੱਕ ਤਾਂ x ਦਾ ਇੱਕ y ਦਾ ਇੱਕ z ਦਾ ਇਹਦਾ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਗੱਲ ਆ ਜਾਣੀ ਚਾਹੀਦੀ ਵੀ ਇਹ 3 ਡਾਈਮੈਂਸ਼ਨਲ ਇਹਦਾ ਮਤਲਬ ਆਹ ਵਾਲਾ ਫਾਰਮੂਲਾ ਅਸੀਂ ਡਾਇਰੈਕਟ ਇੱਥੇ ਨਹੀਂ ਲਗਾ ਸਕਦੇ ਅਸੀਂ ਕਿਹੜਾ ਫਾਰਮੂਲਾ ਲਗਾਵਾਂਗੇ ਪਾਰਸ਼ੀਅਲ ਡੈਰੀਵੇਟਿਵ ਦਾ ਫਾਰਮੂਲਾ ਲਗਾਵਾਂਗੇ ਤੇ ਉਹ ਮੈਂ ਤੁਹਾਨੂੰ ਹੁਣ ਲਗਾ ਕੇ ਦਿਖਾਉਣਾ ਵੀ ਕਿਵੇਂ ਲਗਾਉਣਾ ਹੈ ਪਹਿਲਾਂ ਮੈਂ ਫਾਰਮੂਲਾ ਲਿਖਦਾ ਨਾ ਦੁਬਾਰਾ ਦੇਖੋ ਅਸੀਂ ਫੋਰਸ ਕੈਲਕੂਲੇਟ ਕਰਨੀ ਹੈ ਤਾਂ ਫਾਰਮੂਲਾ ਕੀ ਹੋਊਗਾ ਮਾਈਨਸ ਲਗਾਉਣਾ ਨਾ ਭੁੱਲ ਜਾਓ u ਬਾਈ u ਦਾ ਪਹਿਲਾਂ ਡੈਰੀਵੇਟਿਵ x ਨਾਲ ਕਰਾਂਗੇ i ਕੈਪ ਫਿਰ u ਦਾ y ਨਾਲ ਡੈਰੀਵੇਟਿਵ ਕਰਾਂਗੇ j ਕੈਪ ਫਿਰ u ਦਾ z ਨਾਲ ਡੈਰੀਵੇਟਿਵ ਕਰਾਂਗੇ ਨਾਲ ਆ ਕੇ k ਤਾਂ ਦੇਖੋ ਇਹਨੂੰ ਮੈਂ ਲਿਖ ਲੈਣਾ ਇਕੁਏਸ਼ਨ ਨੰਬਰ 1 ਸਭ ਤੋਂ ਪਹਿਲਾਂ ਬੱਚੇ ਮੈਂ ਕਰਲ u ਬਾਈ ਕਰਲ x ਦਾ ਡੈਰੀਵੇਟਿਵ ਕਰਨ ਜਾ ਰਿਹਾ ਤਾਂ ਆਪਾਂ ਕਰਾਂ ਕੀ ਕਰਲ ਅਪੋਨ ਕਰਲ x ਐਜ਼ ਇਟ ਇਜ਼ ਲਿਖ ਦਾਂਗੇ ਆ ਸਾਰੀ ਵੈਲਿਊ ਨੂੰ ਆਪਾਂ ਇੱਥੇ ਪੁੱਟ ਕਰ ਦਾਂਗੇ xy plus yz plus zx ठीक है x कॉमन निकल जाता है नहीं x बिल्कुल करूंगा जी जो जेडी स्टेटमेंट जेडी आ गई ना x y z ਇਹਦਾ ਮਤਲਬ ਉੱਤੇ ਉਹ ਕਰੂਗਾ ਹੀ ਕਰੂਗਾ ਡਿਪੈਂਡ ਬਿਲਕੁਲ ਆ ਦੇਖੋ ਹੁਣ ਥੋੜਾ ਜਿਹਾ ਧਿਆਨ ਨਾਲ ਸੁਣਿਓ देखो आ वाली वैल्यू मैं इत्थे रखती ये ਤੁਹਾਡੇ ਵਾਸਤੇ मैं कल्ला स्टेप कर रहा ठीक है ਇਹਦਾ मतलब जी सब तो पहला ਤੁਸੀਂ ਇਹਦਾ ਡੈਰੀਵੇਟਿਵ ਕਰੋਗੇ ਫਿਰ ਇਹਦਾ ਡੈਰੀਵੇਟਿਵ ਕਰੋਗੇ ਫਿਰ ਇਹਦਾ ਪਰ ਡੈਰੀਵੇਟਿਵ ਕਿਹੜਾ ਪਾਰਸ਼ੀਅਲ ਕਿਹਦੇ ਵਿਦ ਰਿਸਪੈਕਟ ਟੂ ਕਰਨਾ ਹੈ x ਦੇ ਤਾਂ ਬੱਚੇ ਜਿਹੜੀ ਫਸਟ ਟਰਮ ਹੈ ਦੇਖੋ ਇਹਦੇ ਚ y ਦਾ ਕਾਂਸਟੈਂਟ ਹੈ y ਦਾ ਆ ਗਿਆ ਬਾਹਰ ਇਹਦਾ मतलब x ਦਾ ਡੈਰੀਵੇਟਿਵ ਕਿੰਨਾ ਹੋ ਜਾਊਗਾ 1 x ਦਾ ਡੈਰੀਵੇਟਿਵ ਹੋ ਗਿਆ 1 अच्छा yz दोनों ही कांस्टेंट ने कांस्टेंट ਦਾ ਡੈਰੀਵੇਟਿਵ ਕਿੰਨਾ ਹੋਊਗਾ 0 कांस्टेंट ਦਾ ਡੈਰੀਵੇਟਿਵ ਕਿੰਨਾ ਹੋ ਗਿਆ 0 ਅੱਛਾ ਇਹਦੇ ਵਿੱਚ ਦੇਖੋ ਇਹਦੇ ਵਿੱਚ z ਦਾ ਹੈਗਾ ਕਾਂਸਟੈਂਟ ਐਜ਼ ਇਟ ਇਜ਼ ਆ ਗਿਆ ਤੇ x ਦਾ ਕਿੰਨਾ ਆ ਗਿਆ 1 ਇੱਥੇ ਪਲੱਸ ਤੇ ਇਹਦਾ ਆਨਸਰ ਕਿੰਨਾ ਆ ਗਿਆ y z ਆ ਦੇਖੋ ਸਟੈਪ ਸਾਰਿਆਂ ਨੂੰ ਕਲੀਅਰ ਹੋ ਗਿਆ सर ਹਾਂਜੀ yz भी तो कांस्टेंट है फिर ਆਪਾਂ ਉਹਦੀ ਵੈਲਿਊ 0 ਕਿਉਂ ਪਾਈ ਹੈ ਕਿਉਂਕਿ ਬੱਚੇ ਇਹਦੇ ਵਿੱਚ ਕੋਈ ਵੀ x ਨਹੀਂ ਹੈਗਾ ਆ ਦੇਖੋ ਜਿਹੜਾ ਮੈਂ ਇਕੱਲੇ ਇਹਨੂੰ ਖੋਲ ਕੇ ਦਿਖਾਉਣਾ ਜਦੋਂ ਮੈਂ ਇਹਦਾ ਡੈਰੀਵੇਟਿਵ ਕੀਤਾ ਇਹ ਹੈਗਾ ਕਰਲ ਬਾਈ ਕਰਲ x ਇਨਟੂ xy ਹੈ ਨਾ ਐਵੇਂ ਸੀਗਾ ਤਾਂ ਆਪਾਂ ਨੂੰ ਪਤਾ ਹੈ y ਕਾਂਸਟੈਂਟ ਹੈ ਤਾਂ y ਨੂੰ ਮੈਂ ਬੱਚੇ ਡੈਰੀਵੇਟਿਵ ਤੋਂ ਬਾਹਰ ਲਿਖ ਲਿਆ ਤਾਂ ਅੰਦਰ ਕੀ ਰਹਿ ਗਿਆ ਕਰਲ x ਬਾਈ ਕਰਲ x ਇਹਦਾ ਡੈਰੀਵੇਟਿਵ ਕਰਕੇ ਕਿੰਨਾ ਆ ਗਿਆ 1 ਇਹਦਾ ਮਤਲਬ ਆਨਸਰ ਬਣ ਗਿਆ 1 ਸੌਰੀ y ਓਕੇ ਜਦੋਂ ਤੁਸੀਂ ਇਹਨੂੰ ਕਰੋਗੇ ਕਰਲ ਅਪੋਨ ਕਰਲ x y z y ਤੇ z ਦੋਨੋਂ ਹੀ ਕਾਂਸਟੈਂਟ ਨੇ ਇਹਦਾ ਮਤਲਬ ਜਦੋਂ ਤੁਸੀਂ ਇਹ ਕਾਂਸਟੈਂਟ ਦਾ ਹੁਣ ਇੱਥੇ ਕੋਈ ਵੇਰੀਏਬਲ ਤਾਂ ਹੈ ਨਹੀਂਗਾ ਆ ਸਾਰੀ ਵੈਲਿਊ ਕਾਂਸਟੈਂਟ ਹੈ ਕਾਂਸਟੈਂਟ ਦਾ ਜਦੋਂ ਡੈਰੀਵੇਟਿਵ ਤੁਸੀਂ ਕਰਦੇ ਹੋ ਤਾਂ ਆਨਸਰ ਕਿੰਨਾ ਆਉਂਦਾ 0 ਇੱਥੇ ਅਸੀਂ ਕਾਂਸਟੈਂਟ ਦਾ ਡੈਰੀਵੇਟਿਵ ਨਹੀਂ ਕੀਤਾ ਇਸ ਕਾਂਸਟੈਂਟ ਨੂੰ ਮੈਂ ਬਾਹਰ ਲੈ ਗਿਆ ਕਿਉਂ ਕਿਉਂਕਿ x ਦਾ ਡੈਰੀਵੇਟਿਵ ਅਸੀਂ ਕਰ ਸਕਦੇ ਦੇਖੋ ਕਲੀਅਰ ਹੈ यस सर ठीक है चलो दूसरा स्टेप ਹੁਣ ਧਿਆਨ ਨਾਲ ਦੇਖਿਓ ਬਸ ਇੱਕ ਵਾਰੀ ਮਤਲਬ ਤੁਹਾਨੂੰ ਲੱਗੂਗਾ ਵੀ ਥੋੜਾ ਟਿਪੀਕਲ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਖੁਦ ਕਰੋਗੇ ਫਿਰ ਉਹਨੂੰ ਤੁਹਾਨੂੰ ਔਖਾ ਨਹੀਂ ਲੱਗਣਾ ਹੈਗਾ दूसरा देखो मान लो मैं कहा कर्ल u बाय कर्ल y ਇਹਦਾ मतलब मैं सिर्फ और सिर्फ y ਦਾ ਡੈਰੀਵੇਟਿਵ ਕਰਨਾ है कर्ल अपॉन कर्ल y सेम लिख लो xy yz zx अच्छा देखो पहली टर्म ਦੇ ਵਿੱਚ y ਹੈਗਾ
ਤਾਂ x है कांस्टेंट बाहर लिख लो, करल y अपॉन y कितना हो जाएगा, ਇਹਦਾ हो गया 1। अच्छा फिर दूसरे ਦੇ ਵਿੱਚ ਵੀ देखो y है ਤਾਂ z आ जाएगा, वहां बाहर आ जाएगा, y ਦਾ कितना आ जाएगा 1। थर्ड ਦੇ ਵਿੱਚ देखो y है नहीं, मतलब दोनों टर्म्स कांस्टेंट ने, तो कांस्टेंट ਦਾ डेरिवेटिव 0। ਇਹਦਾ आंसर कितना आ गया x + z। हाँ जी बिल्कुल, ਜਿਹਦੇ ਨਾਲ x ਨਹੀਂ ਹੈਗਾ ਉੱਥੇ 0 ਆਊਗਾ। ਜਿਵੇਂ ਹੁਣ ਇੱਥੇ ਮੈਂ y ਨਾਲ ਕਰ ਰਿਹਾ, ਇੱਥੇ y ਨਹੀਂ ਹੈਗਾ ਜਿਹੜੀ ਟਰਮ ਦੇ ਵਿੱਚ, ਇਹਦੇ ਵਿੱਚ y ਹੈ ਨਹੀਂਗਾ, ਇਹਦਾ मतलब ਇਹਦਾ डेरिवेटिव 0 है। ਜੇ ਕਰਲ u ਬਾਈ ਕਰਲ z ਕਰਾਂ मैं, ਆ ਦੇਖ, ਇਹਦਾ मतलब ਜਿਹੜੀ ਇਕੁਏਸ਼ਨ ਹੈ ਕਰਲ अपॉन ਕਰਲ z, u ਦੀ ਵੈਲਿਊ ਪੁੱਟ ਕਰਤੀ मैं xy yz plus zx। ਤਾਂ ਦੇਖੋ ਫਸਟ ਟਰਮ ਹੈ ਇਹ ਜਿਹਦੇ ਵਿੱਚ z ਨਹੀਂ ਹੈਗਾ, मतलब ਇਹ ਤਾਂ ਹੋ ਗਿਆ 0 ਕਾਂਸਟੈਂਟ ਦਾ। अच्छा ਜਿਹੜੀ ਸੈਕੰਡ ਟਰਮ ਹੈ ਇਹਦੇ ਵਿੱਚ ਤਾਂ z ਹੈਗਾ ਨਾ, ਤਾਂ y ਬੱਚੇ ਬਾਹਰ ਆ ਗਿਆ, z ਦਾ ਕਿੰਨਾ ਹੋ ਗਿਆ 1 ਪਲੱਸ ਜਿਹੜੀ ਨੈਕਸਟ ਟਰਮ ਹੈ ਇਹਦੇ ਵਿੱਚ ਕੀ ਹੈ x ਬਾਹਰ ਆ ਜਾਊਗਾ, z ਦਾ ਕਿੰਨਾ ਹੋ ਗਿਆ 1। ਇਹਦਾ मतलब ਕਿੰਨਾ ਹੋ ਗਿਆ ਜੀ x plus y। ਇਹ ਤਿੰਨੋਂ ਵੈਲਿਊਜ਼ ਨੂੰ ਇਕੁਏਸ਼ਨ ਨੰਬਰ 1 ਚ ਪੁੱਟ ਕਰ ਦਿਓ, ਪੁੱਟ ਇਨ 1। ਤਾਂ ਬੱਚੇ ਜੇ ਅਸੀਂ 1 ਚ ਪੁੱਟ ਕਰੀਏ ਤਾਂ ਆਪਣੇ ਕੋਲੇ ਕੀ ਆਊਗਾ, f is equal to देखो माइनस करल u अपॉन करल x की वैल्यू कितनी है y plus z, y plus z इनटू कर दो i कैप, फिर माइनस जेड़ा करल u अपॉन करल y है ਇਹਦੀ वैल्यू कितनी है x plus z j कैप, फिर माइनस लास्ट साइड कोले वैल्यू हो गई x plus y k कैप। अच्छा इन्होंने कहा जी अपना फोर्स फाइंड करो कि कोआर्डिनेट्स किने 1 1 1 मतलब x की वैल्यू भी 1 है, y की वैल्यू भी 1 है ते z की वैल्यू 1 है। इतने सारे किते वैल्यू 1 1 पुट कर दो, 1 + 1 कितना आ गया 2, 1 + 1 कितना आ गया 2, 1 + 1 कितना आ गया 2। दिस इज द आंसर। माइनस कॉमन कट लो, 2 भी कॉमन कट लो, i + j + k n न्यूटन की फोर्स लगेगी। चेक करो कोई भी स्टेप अगर नहीं क्लियर होया तो मैंने पूछो। पार्शियल का मैं दोबारा मतलब दस देना, पार्शियल का मतलब किसी ने पार्शियलिटी करना, सिर्फ एक नू ही देखना ते बाकी नू इग्नोर करना। जे मैं करल u बाय करल x लिख रहा है, इसका मतलब सिर्फ और सिर्फ मैं x वाली टर्म्स का डेरिवेटिव कर रहा है, y ते z नू मैं कांस्टेंट मान के चल रहा। ठीक है, तो जिहड़ी टर्म्स दे विच देखो कोआर्डिनेट x है तो x का मैं डेरिवेटिव किया, y नू कांस्टेंट एज इट इज लिख लिया। जिहदे विच x है ही नहीं तो उन्होंने मैं की कंप्लीटली कांस्टेंट है, उसका डेरिवेटिव 0 है। ठीक है, फिर मैं y नाल कीता, मैं y का डेरिवेटिव किया, बाकी टर्म्स नू की मन्निया मैं कांस्टेंट, फिर सिमिलरली z नाल कीता, वैल्यू पुट कीती, आंसर देखो जी क्लियर है। इफ यू हैव एनी डाउट तो तुसीं दस सकदे हो जी। जल्दी बोलो बच्चे, फिर मैं तुहानूं क्वेश्चन होर देना, फिर मैनूं करके दिखाओ। इज इट क्लियर टू ऑल? Yes, sir. Yes, sir. हाँ जी बिल्कुल बच्चे, कल्ले कल्ले नाल देखो आ सुनो, मैं कल्ले कल्ले स्टेप करके दिखायागा। जे तुहानूं समझ लग गया, चाहे तुसीं इनू एक लाइन च ही कर दो, वो तुहाडी इच्छा है कि तुसीं किवें करना है। चलो एक क्वेश्चन तुहानूं होर दे रहागा, ध्यान ना करियो। कहंदे आ पार्टिकल in a certain conservative force field, स्पेशली मेंशन करता कि कंजर्वेटिव फोर्स फील्ड दे विच है, has a potential energy given by u which is equal to 20xy upon z। upon z तो घबरा ना जाओ, जे किसी भी अपॉन आवे ना, मतलब जिवें 20xy upon z लिखा हुआ है तो इस z ਨੂੰ ਤੁਸੀਂ ਉੱਪਰ ਜਾ ਕੇ ਲਿਖ ਕੇ ਸਕਦੇ ਹੋ ਤਾਂ z ਦੀ ਪਾਵਰ -1 ਕਰ ਲਿਓ, ਕਿਤੇ ਘਬਰਾ ਜਾਓ ਵੀ अपॉन ਚ ਆ ਗਿਆ ਕੀ ਹੋ ਗਿਆ। ठीक है जी, the force exerted on it is, लो जी करो स्टार्ट।
एक बार इस क्वेश्चन ਨੂੰ ਕਰਨ ਦੇ ਤੁਹਾਨੂੰ ਹੋ ਸਕਦਾ ਟਾਈਮ ਲੱਗ ਜੇ ਪਰ ਯਕੀਨ ਮੰਨਿਓ ਫਿਰ ਦੁਬਾਰਾ ਨਹੀਂ ਤੁਹਾਨੂੰ ਟਾਈਮ ਲੱਗਦਾ ਜੇ ਧਿਆਨ ਨਾ ਕਰ ਤਾਂ ਦੇਖੋ u ਹੈ ਜਿਹੜੀ ਉਹ x ਤੇ ਵੀ ਡਿਪੈਂਡ ਕਰਦੀ ਹੈ y ਤੇ ਵੀ ਡਿਪੈਂਡ ਕਰ ਰਹੀ ਹੈ z ਤੇ ਵੀ ਡਿਪੈਂਡ ਕਰ ਰਹੀ ਹੈ ਕੈਲਕੂਲੇਟ ਕਰਨੀ ਹੈ ਅਸੀਂ ਫੋਰਸ योर टाइम स्टार्ट्स नाउ ਕੱਲਾ ਡੈਰੀਵੇਟਿਵ ਸ਼ੁਕਰਮਨ ਉੱਥੇ ਹੁੰਦਾ ਜਦੋਂ ਸਿਰਫ ਸਾਡੇ ਕੋਲ ਵੇਰੀਏਬਲ ਇੱਕ ਹੋਵੇ ਅਗਰ ਐਵੇਂ ਹੁੰਦਾ ਨਾ ਮੰਨ ਲਓ ਮੈਂ ਕਹਿ ਦਿੰਦਾ ਵੀ u is equal to 20x ਹੈ ਇਹਦਾ ਮਤਲਬ ਮੈਨੂੰ ਪਤਾ ਜਿਹੜੀ ਪੋਟੈਂਸ਼ੀਅਲ એનર્ਜੀ ਸਿਰਫ ਔਰ ਸਿਰਫ x ਤੇ ਡਿਪੈਂਡ ਕਰ ਰਹੀ ਹੈ ਤਾਂ ਮੈਂ ਕੀ ਕਰਦਾ ਤਾਂ du by dx is equal to 20 ਤਾਂ ਆਪਾਂ ਨੂੰ ਪਤਾ ਫੋਰਸ is equal to minus du by dx ਹੁੰਦੀ ਹੈ ਠੀਕ ਹੈ ਤਾਂ f is equal to ਮੇਰੇ ਕੋਲ -20 ਨਿਊਟਨ ਸਿੱਧਾ ਆਨਸਰ ਆ ਜਾਂਦਾ ਜੇ ਮੇਰੇ ਕੋਲ ਹੁੰਦਾ u is equal to ਮੰਨ ਲਓ 20y ਇਹਦਾ ਮਤਲਬ u ਸਿਰਫ ਔਰ ਸਿਰਫ y ਤੇ ਡਿਪੈਂਡ ਕਰਦਾ ਹੈ ਤਾਂ ਆਪਾਂ ਇਹਦਾ ਡੈਰੀਵੇਟਿਵ ਕਰ ਦਿੰਦੇ ਵਿਦ ਰਿਸਪੈਕਟ ਟੂ y ਤਾਂ ਇਹ ਆ ਗਿਆ 20 ਇਹਦਾ ਨਾਲ ਫੋਰਸ ਕਿੰਨੀ ਆ ਜਾਂਦੀ -20 ਬਟ ਇੱਥੇ ਸਾਡੇ ਕੋਲੇ ਕੀ ਹੈ ਕਈ ਕੁਐਸਚਨਸ ਐਵੇਂ ਹੁੰਦੇ ਨੇ ਜਿਹੜੇ ਸਿਰਫ ਔਰ ਸਿਰਫ ਨਾ ਇਕੱਲੇ x ਤੇ ਨਾ ਇਕੱਲੇ y ਤੇ ਨਾ ਇਕੱਲੇ z ਤੇ ਡਿਪੈਂਡ ਨਹੀਂ ਕਰਦੇ ਸਮਾਂ ਦੀ ਆਪਾਂ ਕਹਿ ਸਕਦੇ ਵੀ ਜਿਹੜੀ ਪੋਟੈਂਸ਼ੀਅਲ એનર્ਜੀ ਤਿੰਨਾਂ ਤੇ ਡਿਪੈਂਡ ਕਰਦੀ ਹੈ ਤਾਂ ਜਦੋਂ ਇਹੋ ਜਿਹੇ ਕੁਐਸਚਨਸ ਹੋਣ ਫਿਰ ਸਾਨੂੰ ਪਾਰਸ਼ੀਅਲ ਲਿਖਾਉਣਾ ਪੈਂਦਾ ਵੀ ਫਿਰ ਸਾਨੂੰ x ਦੇ ਅਕੋਰਡਿੰਗ ਵੀ ਦੇਖਣਾ ਪਊਗਾ y ਦੇ ਅਕੋਰਡਿੰਗ ਵੀ ਦੇਖਣਾ ਪਊਗਾ ਤੇ z ਦੇ ਅਕੋਰਡਿੰਗ ਵੀ ਦੇਖਣਾ ਜਿਵੇਂ ਕਲਾਸ ਦੇ ਵਿੱਚ ਕੀ ਹੈ ਮੰਨ ਲਓ 20-25 ਸਟੂਡੈਂਟ ਹੁੰਦੇ ਆ ਨਾ ਤਾਂ ਹਰੇਕ ਸਟੂਡੈਂਟ ਵੱਲ ਧਿਆਨ ਦੇਣਾ ਪੈਂਦਾ ਨਾ ਟੀਚਰ ਨੂੰ ਤੁਹਾਨੂੰ ਹਰ ਇੱਕ ਵੱਲ ਫੋਕਸ ਕਰਨਾ ਪੈਂਦਾ ਐਵੇਂ ਜਿਹੜੀ ਪੋਟੈਂਸ਼ੀਅਲ એનર્ਜੀ ਤਿੰਨ ਕੋਆਰਡੀਨੇਟਸ ਨੇ ਮੰਨ ਲਓ ਤਿੰਨ ਸਟੂਡੈਂਟ ਨੇ ਤੁਸੀਂ ਇਹ ਲਾ ਲਓ ਪੋਟੈਂਸ਼ੀਅਲ એનર્ਜੀ ਨੂੰ ਤੁਸੀਂ ਇੱਕ ਟੀਚਰ ਮੰਨ ਲਓ ਮਤਲਬ ਟੀਚਰ ਨੂੰ ਤਿੰਨਾਂ ਦੀ ਕੀ ਨਜ਼ਰ ਰੱਖਣੀ ਪਊਗੀ ਉਹਨੂੰ ਤਿੰਨਾਂ ਦਾ ਡੈਰੀਵੇਟਿਵ ਕਰਨਾ ਪਊਗਾ ਅਲੱਗ-ਅਲੱਗ ਹਾਂਜੀ ਹਾਂਜੀ ਬਿਲकुल ਕਰ ਲਓ ਵਾਲਾ ਫਾਰਮੂਲਾ ਆਓ बिल्कुल बिल्कुल करो करो जो नहीं होगा मैं करवाऊंगा चलो बच्चे मैं भी इधर स्क्रीन ਤੇ ਤੁਹਾਡੀ ਸਕਰੀਨ ਤੇ ਸੋਲਵ ਕਰ ਰਿਹਾ ਠੀਕ ਹੈ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਆਪ ਕਰਿਓ ਬਾਅਦ ਦੇ ਵਿੱਚ ਮੈਚ ਕਰ ਲਿਓ ਵੀ ਤੁਸੀਂ ਸਹੀ ਕਰਦੇ ਹੋ सर -20 I cap plus j cap plus k cap न्यूटन नहीं और भी कुछ बहुत कुछ ਆਊਗਾ ਨਾਲ मैं सॉल्व करदा ठीक है ਤੁਸੀਂ 1 बाय 1 ਸਟੈਪ ਆਪਣੇ ਕੀ ਮੈਚ ਕਰੀ ਚੱਲਿਓ ਬਾਅਦ ਵਿੱਚ ਫਿਰ ਮੈਂ ਉਹਨੂੰ ਸਮਝਾ ਦੂੰਗਾ हाँ जी बिल्कुल बिल्कुल वही सॉल्व करना है
हाँ जी बच्चे इन्ना आंसर चेक करो किहड़े ਇਹੋ ਜਿਹੇ स्टूडेंट ने जिन्हां दा आ डेरिवेटिव बिल्कुल सेम जिवें मैं कीता उवें आ रहा। सर ठीक है इत्थे तक। ठीक है सर ठीक। यस सर। सारा ना ठीक है। यस सर। बस वैल्यू पुट कर दो और तो कुछ नहीं करना बच्चे। फिर तक यदि वैल्यू ਅਸੀਂ ਜੇ 1 पुट करिए तो f इज इक्वल टू देखो माइनस du बाई dx की वैल्यू कितनी है du बाई dx की वैल्यू है 20y अपॉन z मतलब उत्थे की आ जाएगा माइनस 20y अपॉन z इनटू आई कैप फिर अगे माइनस है। अच्छा फिर कर लो u बाई अपॉन कर लो y की वैल्यू पुट करांगे 20x बाई z j कैप फिर माइनस। अच्छा एक माइनस हुण साडे फार्मूले च भी आ रही है इहदे विच तां माइनस कितना है माइनस 20 xy z दी पावर -2 है ना अपॉन मतलब की कर सकदा मैं z स्क्वायर। ठीक है दिस इज द आंसर। फिर गलती कितने कर गए सर 20 माइनस दा नहीं लेता। अच्छा लो जी दिस इज द फाइनल आंसर। ये ऑप्शन दी हुई है ऑप्शन नंबर जो मेरे को क्वेश्चन है सेकंड। देखो जी कोई भी स्टेप अगर बच्चे नहीं क्लियर होया तो मैंने पूछ सकते हो। हाँ शुक्र वेरी गुड। हाँ जी सारे बच्चों क्लियर है। यस सर। ओके गुड। चलो अगर मैं तुहानू कहा मैं अपने वालों एक स्टेटमेंट बनाना है भी कोई पार्टिकल है जिसकी पोटेंशियल एनर्जी है जी वो है मान लो 14 x y ठीक है आप पोटेंशियल एनर्जी होती फाइंड फोर्स किवें करूंगा तुसी अपने आप सॉल्व करो मैं इत्थे सॉल्व कर रहा ठीक है बाद में मैच कर लो क्योंकि टाइम अपने को 7 मिनट रह गए। चेक करो आंसर आ रहे एफ तो फाइंड करनी है बच्चे चेक करो बच्चे सारे का यही आंसर आ रहा है कि नहीं आ रहा। यस ठीक है जी तो देखो मैं डायरेक्ट ही इतने वैल्यूज पुट करती हूँ तो जिवें तुहाडी प्रैक्टिस होगी ठीक है वो तुहानू के क्वेश्चन सॉल्व हो जाएंगे कोई एडी वड्डी गल नहीं बट इंपॉर्टेंट बहुत है मतलब पेपर के विच खासकर तुहाडे जिहड़े जेई मेन्स के क्वेश्चन होंगे ने उहदे विच तां पार्शियल क्योंकि देखो सिंपल डेरिवेटिव तो हरेक सॉल्व कर लैंदा ना उहदे विच पार्शियल डेरिवेटिव के क्वेश्चन ज़्यादा आउंगे ठीक है जी ये गल का ध्यान रखो। अच्छा मैं कल भी तुहानू मतलब पीडीएफ नहीं सेंड की क्योंकि कल अपना क्वेश्चन अपना टेस्ट सीगा अज तुहानू पक्का पीडीएफ मिलूगी ठीक है तो उहदे तुसीं की क्वेश्चन सॉल्व करने तो मैं दोबारा लिंक भेज दी फिर नैक्सट असीं टॉपिक स्टार्ट करते